ਗੁੱਡ ਮਾਰਨਿੰਗ ਸਟੂਡੈਂਟਸ। ਤਾਂ ਅੱਜ ਅਸੀਂ ਕੁਛ MCQ ਕਰਾਂਗੇ ਜਿਸ ਰਾਹੀਂ ਅਸੀਂ ਲਰਨਿੰਗ ਕਰਾਂਗੇ। ਤਾਂ ਇਹ ਤੁਹਾਡੇ ਨੈਸ ਜਾਂ ਫਾਈਨਲ ਐਗਜ਼ਾਮ ਦੋਨਾਂ ਲਈ ਇੰਪੋਰਟੈਂਟ ਹੋਏਗਾ। ਸੈਕਿੰਡ 'ਤੇ ਆਪਾਂ ਜੋ ਲਰਨਿੰਗ ਕਰਨੀ ਉਹ ਐਗਜ਼ਾਮ ਲਈ ਨਹੀਂ, ਲਾਈਫ ਨੂੰ ਬੈਟਰ ਬਣਾਉਣ ਲਈ, ਆਪਣੀ ਨੌਲੇਜ ਨੂੰ ਐਨਹੈਂਸ ਕਰਨ ਲਈ ਕਰਨੀ ਹੈ। ਤਾਂ ਉਹ ਆਪਾਂ ਹਰ ਕੁਐਸਚਨ ਦੇ ਨਾਲ ਉਸ ਨਾਲ ਰਿਲੇਟਡ ਜੋ ਕਨਸੈਪਟ ਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾ ਸਾਡਾ ਕੁਐਸਚਨ ਹੈ ਜੋ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਸਿੰਚਾਈ ਕਰਦਿਆਂ ਦੇਖ ਸੁਨੀਤਾ ਆਪਣੇ ਦਾਦਾ ਜੀ ਤੋਂ ਪੁੱਛਦੀ ਹੈ ਕਿ ਫਸਲਾਂ ਨੂੰ ਸਿੰਚਾਈ ਦੀ ਲੋੜ ਕਿਉਂ ਹੁੰਦੀ ਹੈ। ਦਾਦਾ ਜੀ ਉਸ ਨੂੰ ਕੀ ਉੱਤਰ ਦਿੰਦੇ ਹਨ? ਸੀਇੰਗ ਦਾ ਫਾਰਮਰਸ ਇਰੀਗੇਟਿੰਗ ਦੇਅਰ ਫੀਲਡ, ਸੁਨੀਤਾ ਆਸਕ ਹਰ ਗ੍ਰੈਂਡਫਾਦਰ ਵਾਈ ਕ੍ਰੌਪਸ ਨੀਡ ਇਰੀਗੇਸ਼ਨ। ਵਾਟ ਵੁੱਡ ਗ੍ਰੈਂਡਫਾਦਰ ਆਨਸਰ ਹਰ? ਕਹਿੰਦਾ ਗ੍ਰੈਂਡਫਾਦਰ ਆ ਉਹਨਾਂ ਨੇ ਕੀ ਆਨਸਰ ਦਿੱਤਾ। ਸਭ ਤੋਂ ਪਹਿਲਾਂ ਤੁਹਾਨੂੰ ਇਰੀਗੇਸ਼ਨ ਸਿੰਚਾਈ ਦਾ ਪਤਾ ਹੋਣਾ ਚਾਹੀਦਾ। ਮੋਸਟਲੀ ਬੱਚਿਆਂ ਨੂੰ ਪਤਾ ਹੀ ਹੋਏਗਾ। ਜੋ ਅਸੀਂ ਬਨਾਵਟੀ ਢੰਗ ਨਾਲ ਪਾਣੀ ਦਿੰਦੇ ਹਾਂ, ਆਰਟੀਫਿਸ਼ਲ ਵਾਟਰਿੰਗ ਕਰਦੇ ਹਾਂ, ਤਾਂ ਉਸ ਨੂੰ ਸਿੰਚਾਈ ਕਹਿੰਦੇ ਆ। ਕਿਉਂਕਿ ਅਸੀਂ ਬਾਰਿਸ਼ 'ਤੇ ਡਿਪੈਂਡ ਨਹੀਂ ਰਹਿ ਸਕਦੇ, ਬਾਰਿਸ਼ ਦੀ ਟਾਈਮਿੰਗ ਪ੍ਰੋਪਰ ਨਹੀਂ ਹੁੰਦੀ। ਜਦੋਂ ਜ਼ਰੂਰਤ ਹੁੰਦੀ ਹੈ ਫਸਲ ਨੂੰ ਪਾਣੀ ਦੀ, ਤਾਂ ਉਸ ਲਈ ਸਾਨੂੰ ਸਿੰਚਾਈ ਇਰੀਗੇਸ਼ਨ ਬਨਾਵਟੀ ਢੰਗ ਨਾਲ ਪਾਣੀ ਉਸ ਨੂੰ ਦੇਣਾ ਪੈਂਦਾ ਹੈ। ਤਾਂ ਕਿਸ ਲਈ ਜ਼ਰੂਰੀ ਹੈ ਸਾਨੂੰ ਇਹ ਪੁੱਛਿਆ। ਤਾਂ ਪਹਿਲਾ ਪਾਣੀ ਬੀਜਾਂ ਦੇ ਪੁੱਗਣ ਲਈ ਜ਼ਰੂਰੀ ਹੈ। ਤਾਂ ਵਾਟਰ ਆ ਜਿਹੜਾ ਉਹ ਨਸੈਸਰੀ ਹੈ ਕਿਹਦੇ ਲਈ? ਜਰਮੀਨੇਸ਼ਨ। ਜਰਮੀਨੇਸ਼ਨ ਕੀ ਆ? ਜੋ ਸੀਡ ਆ ਉਸ ਵਿੱਚੋਂ ਪਲਾਂਟ ਨੂੰ ਨਿਕਲਣਾ, ਉਸ ਨੂੰ ਕੀ ਕਹਿੰਦੇ ਆ? ਜਰਮੀਨੇਸ਼ਨ। ਨੈਕਸਟ ਹੈ ਪਾਣੀ ਵਿਚਲੇ ਪੌਸ਼ਕ ਤੱਤਾਂ ਨੂੰ ਪੌਦਿਆਂ ਤੱਕ ਪਹੁੰਚਾਉਂਦਾ ਹੈ। ਵਾਟਰ ਡਿਲੀਵਰਸ ਦਾ ਨਿਊਟਰੀਐਂਟਸ ਫਰੋਮ ਦਾ ਸੋਇਲ ਟੂ ਪਲਾਂਟਸ। ਤਾਂ ਦੋਨੋਂ ਹੀ ਸਹੀ ਨੇ। ਪੁੱਗਣ ਲਈ ਵੀ ਜ਼ਰੂਰੀ ਹੈ, ਜਰਮੀਨੇਸ਼ਨ ਲਈ। ਸੈਕਿੰਡ 'ਤੇ ਕੀ ਆ? ਜੋ ਨਿਊਟਰੀਐਂਟਸ ਨੇ ਉਹ ਪਾਣੀ ਵਿੱਚ ਘੁਲ ਕੇ ਹੀ ਪਲਾਂਟਸ ਤੱਕ ਪਹੁੰਚਦੇ ਨੇ ਰੂਟਸ ਰਾਹੀਂ। ਸੈਕਿੰਡ, ਵਾਟਰ ਪ੍ਰੀਵੈਂਟ ਦਾ ਕ੍ਰੌਪਸ ਫਰੋਮ ਹੌਟ ਐਂਡ ਕੋਲਡ ਵਿੰਡਸ। ਤਾਂ ਗਰਮੀ ਸਰਦੀ ਤੋਂ ਹਾਂਜੀ ਜੋ ਵਾਟਰ ਆ ਉਹ ਟੈਂਪਰੇਚਰ ਨੂੰ ਵੀ ਮੇਨਟੇਨ ਕਰਨ 'ਚ ਹੈਲਪ ਕਰਦਾ। ਤਾਂ ਗਰਮ ਠੰਡੀਆਂ ਹਵਾਵਾਂ ਤੋਂ ਵੀ ਫਸਲ ਨੂੰ ਬਚਾਉਂਦਾ। ਤਾਂ ਇਸ ਦਾ ਕੀ ਆ ਜਾਏਗਾ? ਉਪਰੋਕਤ ਸਾਰੇ, ਆਲ ਆਫ ਦਾ ਅਬਵ। ਤਾਂ ਫੋਰਥ ਆਪਸ਼ਨ ਆ ਜੋ ਉਹ ਸਹੀ ਹੋਵੇਗਾ। ਨੈਕਸਟ ਹੈ ਜੈਸਮੀਨ ਦੇ ਪਿਤਾ ਜੀ ਆਪਣੇ ਖੇਤ ਵਿੱਚੋਂ ਅਣਚਾਹੇ ਪੌਦਿਆਂ ਨੂੰ ਹਟਾ ਰਹੇ ਸਨ। ਇਹ ਦੇਖਦਿਆਂ ਜੈਸਮੀਨ ਨੇ ਪੁੱਛਿਆ ਇਸ ਪ੍ਰਕਿਰਿਆ ਦਾ ਨਾਮ ਕੀ ਹੈ। ਤਾਂ ਉਸ ਦੇ ਪਿਤਾ ਨੇ ਜਵਾਬ ਦਿੱਤਾ ਹੋਵੇਗਾ। ਤਾਂ ਜਦੋਂ ਪਲਾਂਟਸ ਆ, ਜਿਸ ਤਰ੍ਹਾਂ ਕਣਕ ਬੀਜੀ ਹੈ, ਕਣਕ ਤੋਂ ਬਿਨਾਂ ਉਸ ਵਿੱਚ ਜੋ ਵੀ ਸਾਨੂੰ ਪਲਾਂਟ ਨਹੀਂ ਚਾਹੀਦਾ ਉਸ ਨੂੰ ਕਿਹੜਾ? ਅਣਚਾਹੇ ਪੌਦੇ ਕਹਿੰਦੇ ਆ, ਜਾਂ ਕੀ ਕਹਿੰਦੇ ਆ? ਉਸ ਨੂੰ ਵੀਡਸ ਕਹਿੰਦੇ ਨੇ। ਕੀ ਕਹਿੰਦੇ ਹਾਂ ਅਸੀਂ ਉਸ ਨੂੰ? ਵੀਡਸ, ਜੋ ਅਨਵਾਂਟਡ ਪਲਾਂਟ ਆ। ਤਾਂ ਜੋ ਉਸ ਨੂੰ ਕੱਢਣਾ, ਬਾਹਰ ਕੱਢਣਾ, ਉਸ ਨੂੰ ਕੀ ਕਹਿੰਦੇ ਆ? ਵੀਡਿੰਗ, ਜਾਂ ਕੀ ਆ? ਗੋਡੀ ਕਰਨਾ ਕਹਿੰਦੇ ਆ। ਨੈਕਸਟ ਦੇਖਦੇ ਹਾਂ। ਨੈਕਸਟ ਹੈ ਰਮਨ ਦੇ ਮਾਤਾ ਨੇ ਰਮਨ ਨੂੰ ਮੁਰਗੀ ਦਾ ਉਬਲਿਆ ਅੰਡਾ ਕੱਟ ਕੇ ਖਾਣ ਨੂੰ ਦਿੱਤਾ। ਇਸ ਦੇ ਪੀਲੇ ਭਾਗ ਨੂੰ ਕੀ ਕਹਾਂਗੇ? ਜੋ ਐਗ ਆ ਉਸ ਦੇ ਜੈਲੋ ਪਾਰਟ ਹੁੰਦਾ ਜਿਹੜਾ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਤਾਂ ਐਗ ਦੇਖਿਆ ਤੁਸੀਂ, ਐਗ ਦੇ ਦੋ ਪਾਰਟ ਹੁੰਦੇ ਨੇ। ਤਾਂ ਇੱਕ ਜੈਲੋ ਪਾਰਟ, ਜੈਲੋ ਵਾਈ 'ਤੇ ਪੈਂਦਾ, ਵਾਈ ਤੋਂ ਯਾਦ ਰੱਖਿਓ। ਯੋਕ ਜੋ ਹੁੰਦਾ ਉਹ ਯੈਲੋ ਕਲਰ ਦਾ ਹੁੰਦਾ, ਜਿਸ ਵਿੱਚ ਕੀ ਹੁੰਦੀ ਆ? ਫੈਟ ਹੁੰਦੀ ਹੈ। ਅਤੇ ਜੋ ਐਲਬੂਮਿਨ ਹੁੰਦਾ ਉਹ ਵਾਈਟ ਕਲਰ ਦਾ ਉੱਪਰ ਵਾਲਾ ਹੁੰਦਾ। ਜਦੋਂ ਬੋਇਲ ਕਰਦੇ ਹਾਂ ਐਗ ਨੂੰ ਤਾਂ ਇਸ ਵਿੱਚ ਮੋਸਟਲੀ ਪ੍ਰੋਟੀਨ ਦੀ ਜ਼ਿਆਦਾ ਅਮਾਊਂਟ ਹੁੰਦੀ ਹੈ। ਨੈਕਸਟ ਦੇਖਦੇ ਹਾਂ। ਇਸ ਵਿੱਚ ਇੱਕ ਮਾਈਟੋਕਾਂਡਰੀਆ ਆ, ਉਹ ਕੀ ਆ? ਸੈੱਲ ਦਾ ਹੀ ਇੱਕ ਪਾਰਟ ਹੈ, ਜਿਸ ਨੂੰ ਅਸੀਂ ਪਾਵਰ ਗ੍ਰਿਡ ਵੀ ਕਹਿੰਦੇ ਹਾਂ। ਕੁਐਸਚਨ ਇਹ ਵੀ ਪੁੱਛ ਸਕਦੇ ਨੇ। ਨੈਕਸਟ ਦੇਖਦੇ ਹਾਂ। ਨੈਕਸਟ ਹੈ ਅਧਿਆਪਕਾ। ਉਸਨੇ ਕੀ ਆ? ਜਮਾਤ ਵਿੱਚ ਦੱਸਿਆ ਕਿ ਕੁਝ ਜੀਵ ਅਜਿਹੇ ਹਨ ਜਿਨ੍ਹਾਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ। ਤਾਂ ਐਕਸਟਰਨਲ ਫਰਟੀਲਾਈਜੇਸ਼ਨ ਕਿਸ ਵਿੱਚ ਹੁੰਦੀ ਹੈ? ਤਾਂ ਸਾਨੂੰ ਪਤਾ ਹੈ ਜੋ ਡੱਡੂ ਆ, ਫਰੋਗ ਹੈ, ਉਸ ਵਿੱਚ ਜੋ ਫਰਟੀਲਾਈਜੇਸ਼ਨ ਆ ਉਹ ਬੋਡੀ ਦੇ ਆਊਟ ਹੁੰਦੀ ਆ, ਵਾਟਰ ਦੇ ਵਿੱਚ ਹੁੰਦੀ ਆ। ਤਾਂ ਜੋ ਫਰੋਗ ਹੈ ਉਸ ਵਿੱਚ ਕੀ ਹੈ? ਐਕਸਟਰਨਲ ਫਰਟੀਲਾਈਜੇਸ਼ਨ ਹੁੰਦੀ ਹੈ। ਬਾਕੀ ਤਿੰਨੋਂ, ਮੱਝ, ਕੁੱਤਾ, ਬਿੱਲੀ, ਇਹਨਾਂ ਤਿੰਨਾਂ ਵਿੱਚ ਕਿਹੜੀ ਹੁੰਦੀ ਆ? ਇੰਟਰਨਲ ਫਰਟੀਲਾਈਜੇਸ਼ਨ ਹੁੰਦੀ ਹੈ। ਨੈਕਸਟ ਦੇਖਦੇ ਹਾਂ। ਹਾਂਜੀ ਬੱਚਿਓ, ਨੈਕਸਟ ਹੈ ਜੋ ਦੋ ਸਮਤਲ ਦਰਪਣ ਹੈ, ਤਾਂ ਉਹ 90 ਦੇ ਐਂਗਲ ਉੱਪਰ ਪਏ ਨੇ। ਤਾਂ ਆਪਾਂ ਪ੍ਰਤੀਬਿੰਬ ਦੀ ਗਿਣਤੀ ਪਤਾ ਕਰਨੀ ਆ।
ਤਾਂ ਐਂਗਲ ਆ ਜੋ ਪਲੇਨ ਮਿਰਰ ਪਏ ਨੇ ਉਹ 90 ਦੇ ਉੱਪਰ ਪਏ ਨੇ, ਤਾਂ ਅਸੀਂ ਨੰਬਰ ਆਫ ਇਮੇਜਸ ਫਾਈਂਡ ਆਊਟ ਕਰਨੇ ਆ। ਤਾਂ ਇਸਦਾ ਸਿੰਪਲ ਜਿਹਾ ਫਾਰਮੂਲਾ ਹੈ। ਕੀ ਫਾਰਮੂਲਾ ਹੁੰਦਾ? 360 ਬਾਏ ਥੀਟਾ। ਥੀਟਾ ਜੋ ਵੀ ਐਂਗਲ ਦਿੱਤਾ ਹੋਇਆ ਹੈ, ਤਾਂ ਸਾਨੂੰ ਐਂਗਲ ਕਿੰਨੇ 'ਤੇ ਦਿੱਤਾ ਹੋਇਆ? 90 'ਤੇ, ਤਾਂ ਅਸੀਂ 90 'ਤੇ ਡਿਵਾਈਡ ਕਰ ਲੈਂਦੇ ਹਾਂ। ਤਾਂ 0 ਨਾਲ 0 ਕੱਟ ਹੋ ਜਾਏਗੀ, 9 4 ਜਾਂ 36, ਤਾਂ 4 ਆ ਜਾਏਗਾ। ਅਗਰ ਇਹ ਈਵਨ ਹੈ ਤਾਂ ਇਸ ਵਿੱਚੋਂ ਇੱਕ ਮਾਈਨਸ ਕਰ ਦਿਓ, ਤਾਂ ਇਮੇਜਸ ਔਡ ਦੀ ਫਾਰਮ 'ਚ ਹੀ ਆਉਂਦੀਆਂ, ਤਾਂ ਕਿੰਨੀ ਹੋਣਗੀਆਂ? 3। ਅਗਰ ਸਾਡਾ ਇਹ ਆਨਸਰ ਔਡ ਹੁੰਦਾ ਤਾਂ ਓਨੀਆਂ ਹੀ ਇਮੇਜ ਰੱਖ ਦੇਣੀਆਂ ਸੀ। ਤਾਂ ਸਾਡਾ ਆਨਸਰ ਆ ਜੋ ਡਿਵਾਈਡ ਕਰਕੇ ਈਵਨ ਆਇਆ, ਤਾਂ ਉਸ ਵਿੱਚੋਂ 1 ਕੀ ਕਰ ਦੇਣਾ? ਮਾਈਨਸ ਕਰ ਦੇਣਾ, ਤਾਂ ਉਨੀਆਂ ਇਮੇਜਸ ਬਣਨਗੀਆਂ। ਤਾਂ ਕਿੰਨੀਆਂ ਇਮੇਜਸ ਬਣਨਗੀਆਂ? 3। ਅਗਰ ਸੇਮ ਕੁਐਸਚਨ ਦੇ ਵਿੱਚ ਹੁੰਦਾ ਕਿ ਜੋ ਪਲੇਨ ਮਿਰਰ ਨੇ ਉਹ 40 ਦੇ ਐਂਗਲ 'ਤੇ ਪਏ ਨੇ, ਤਾਂ ਫਿਰ ਦੇਖਦੇ ਹਾਂ ਕੀ ਆਨਸਰ ਹੋਣਾ ਸੀ। ਤਾਂ ਤੁਸੀਂ ਟਰਾਈ ਕਰਨਾ ਨਾਲ 40 'ਤੇ ਕਿੰਨਾ ਹੋਣਾ ਸੀ। ਤਾਂ 360 ਹੈ, ਉਸ ਨੂੰ 40 ਨਾਲ ਡਿਵਾਈਡ ਕਰਾਂਗੇ ਤਾਂ ਕਿੰਨਾ ਆਏਗਾ? 9 ਆਏਗਾ। ਤਾਂ 9 ਕੀ ਹੈ? ਔਡ ਹੈ। ਔਡ ਹੈ ਜੋ ਉਸਦੀ ਜਿੰਨੀ ਸੰਖਿਆ ਜੇ ਔਡ ਆ ਜਾਵੇ ਤਾਂ ਉਨੀਆਂ ਹੀ ਇਮੇਜਸ ਬਣਦੀਆਂ ਨੇ। ਤਾਂ ਇਸ ਵੇਲੇ 9 ਹੀ ਆਨਸਰ ਤੁਸੀਂ ਦੋਗੇ। ਅਗਰ ਆਨਸਰ ਤੁਹਾਡਾ ਡਿਵਾਈਡ ਕਰਕੇ ਈਵਨ 'ਚ ਆਉਂਦਾ ਤਾਂ 1 ਮਾਈਨਸ ਕਰ ਦੇਣਾ। ਅਗਰ ਪਹਿਲਾਂ ਹੀ ਔਡ ਆ ਰਿਹਾ ਤਾਂ ਉਹੀ ਔਡ ਨੂੰ ਆਨਸਰ ਲਿਖ ਦੇਣਾ। ਤਾਂ ਅਗਰ 40 ਦੇ ਐਂਗਲ 'ਤੇ ਪਏ ਨੇ ਦੋ ਮਿਰਰ ਪਲੇਨ, ਤਾਂ ਆਨਸਰ ਤੁਹਾਡਾ 9 ਆਉਣਾ ਸੀ। ਨੈਕਸਟ ਹੈ, ਲੁਧਿਆਣਾ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਡੀਜ਼ਲ ਅਤੇ ਪੈਟਰੋਲ ਦੀ ਬਜਾਏ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਡੈਸ਼ ਦੀ ਵਰਤੋਂ ਦਾ ਆਦੇਸ਼ ਦਿੱਤਾ ਹੈ। ਤਾਂ ਬੱਚਿਓ, ਜੋ CNG ਆ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਨ ਲਈ, ਤਾਂ ਕਿ ਉਸ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ, ਤਾਂ CNG ਦਾ ਆਦੇਸ਼ ਜੋ ਦਿੱਤਾ ਗਿਆ ਤਾਂ ਕਿ ਪੈਟਰੋਲ ਅਤੇ ਡੀਜ਼ਲ ਦੀ ਬਜਾਏ CNG ਨੂੰ ਵਰਤਿਆ ਜਾਵੇ, ਜਿਸ ਨਾਲ ਜੋ ਗੈਸ ਜਾਂ ਜ਼ਹਿਰੀਲੀਆਂ ਗੈਸ ਨੇ ਉਹ ਘੱਟ ਨਿਕਲਦੀਆਂ ਨੇ CNG ਜਦੋਂ ਬਰਨ ਆਊਟ ਹੁੰਦੀ ਹੈ। ਨੈਕਸਟ ਦੇਖਦੇ ਹਾਂ। ਦਮਨਪ੍ਰੀਤ ਨੇ ਪੜ੍ਹਿਆ ਕਿ ਸੂਰਜ ਦਾ ਆਪਣਾ ਪ੍ਰਕਾਸ਼ ਅਤੇ ਊਰਜਾ ਹੁੰਦੀ ਹੈ। ਸੂਰਜ ਵਿੱਚ ਪ੍ਰਕਾਸ਼ ਅਤੇ ਊਰਜਾ ਲਈ ਜ਼ਿੰਮੇਵਾਰ ਕਿਰਿਆ ਕਿਹੜੀ ਹੈ? ਤਾਂ ਜੋ ਸਨ ਆ ਸਾਨੂੰ, ਉਹ ਕਿਸ ਦੀ ਫਾਰਮ ਕਿਹੜੀ, ਉਸ ਵਿੱਚ ਕਿਹੜੀ ਰਿਐਕਸ਼ਨ ਹੋ ਰਹੀ ਹੈ, ਕਿਸ ਤਰ੍ਹਾਂ ਦੀ ਜੋ ਕਿਰਿਆ ਉਹ ਚੱਲ ਰਹੀ ਹੈ, ਜਿਸ ਕਰਕੇ ਉਹ ਸਾਨੂੰ ਕੰਟੀਨਿਊਸਲੀ ਲਗਾਤਾਰ ਐਨਰਜੀ ਦੇ ਰਿਹਾ। ਤਾਂ ਕੋਲੇ ਦਾ ਬਾਲਣਾ ਤਾਂ ਹੈ ਨਹੀਂ, ਮੈਗਨੀਸ਼ੀਅਮ ਵੀ ਨਹੀਂ ਹੈ। ਤਾਂ ਨਿਊਕਲੀਅਰ ਕਿਰਿਆ ਜੋ ਨਿਊਕਲੀਅਰ ਰਿਐਕਸ਼ਨ ਆ ਹੁੰਦੀ ਹੈ, ਹਾਈਡਰੋਜਨ ਪਲੱਸ ਹਾਈਡਰੋਜਨ ਮਿਲ ਕੇ ਕੀ ਬਣਾ ਰਹੇ ਨੇ? ਹੀਲੀਅਮ ਦਾ ਮੋਲੀਕਿਊਲ ਨਿਊਕਲੀਅਸ ਬਣਾ ਰਹੇ ਨੇ। ਤਾਂ ਹਾਈਡਰੋਜਨ ਦੇ ਜੋ ਨਿਊਕਲੀਅਸ ਨੇ ਉਹ ਜੁੜ ਕੇ ਕੀ ਬਣਾ ਰਹੇ ਨੇ? ਹੀਲੀਅਮ ਦਾ ਇੱਕ ਨਿਊਕਲੀਅਸ ਬਣਾ ਰਹੇ ਨੇ। ਤਾਂ ਇਸ ਨੂੰ ਕੀ ਕਹਿੰਦੇ ਅਸੀਂ? ਨਿਊਕਲੀਅਰ ਫਿਊਜ਼ਨ। ਤਾਂ ਜਦੋਂ ਵੀ ਨਿਊਕਲੀਅਰ ਫਿਊਜ਼ਨ ਹੁੰਦੀ ਹੈ, ਫਿਊਜ਼ਨ ਦਾ ਮਤਲਬ ਦੋ ਛੋਟੇ ਨਿਊਕਲੀਅਸ ਦਾ ਜੁੜਨਾ ਅਤੇ ਇੱਕ ਵੱਡਾ ਨਿਊਕਲੀਅਸ ਬਣਨਾ। ਤਾਂ ਛੋਟੇ ਨਿਊਕਲੀਅਸ ਮਿਲ ਕੇ ਜੋ ਅਨਸਟੇਬਲ ਹੁੰਦੇ ਨੇ ਇੱਕ ਸਟੇਬਲ ਵੱਡਾ ਨਿਊਕਲੀਅਸ ਬਣਾ ਦਿੰਦੇ ਨੇ। ਇਸ ਨੂੰ ਕੀ ਕਹਿੰਦੇ? ਨਿਊਕਲੀਅਰ ਫਿਊਜ਼ਨ। ਸੇਮ ਨਿਊਕਲੀਅਰ ਫਿਜ਼ਨ ਹੁੰਦਾ, ਨਿਊਕਲੀਅਰ ਫਿਜ਼ਨ। ਤਾਂ ਇਹ ਵੀ ਨਿਊਕਲੀਅਰ ਰਿਐਕਸ਼ਨ ਹੈ, ਇਸ ਵਿੱਚ ਵੀ ਬਹੁਤ ਜ਼ਿਆਦਾ ਐਨਰਜੀ ਨਿਕਲਦੀ ਆ। ਇਸ ਵਿੱਚ ਕੀ ਹੁੰਦਾ? ਇੱਕ ਵੱਡਾ ਨਿਊਕਲੀਅਸ ਆ ਅਨਸਟੇਬਲ ਹੁੰਦਾ ਹੈ, ਉਹ ਕਿਸ ਵਿੱਚ? ਛੋਟੇ ਨਿਊਕਲੀਅਸ ਵਿੱਚ ਬ੍ਰੇਕ ਹੋ ਜਾਂਦਾ। ਤਾਂ ਉਸ ਟਾਈਮ ਵੀ ਕਾਫੀ ਐਨਰਜੀ ਨਿਕਲਦੀ ਆ। ਉਸ ਐਨਰਜੀ ਨੂੰ ਅਸੀਂ ਨਿਊਕਲੀਅਰ ਰਿਐਕਟਰ ਵਿੱਚ ਇਲੈਕਟ੍ਰੀਸਿਟੀ ਨੂੰ ਪ੍ਰੋਡਿਊਸ ਕਰਨ ਲਈ ਯੂਜ਼ ਕੀਤਾ ਹੋਇਆ ਹੈ। ਤਾਂ ਸਨ ਆ ਜੋ ਉਸ ਵਿੱਚ ਕਿਸ ਨਾਲ ਐਨਰਜੀ ਨਿਕਲ ਰਹੀ ਹੈ? ਕੰਟੀਨਿਊਸ ਦੇ ਰਿਹਾ। ਤਾਂ ਉਹ ਕਿਸ ਨਾਲ? ਨਿਊਕਲੀਅਰ ਫਾਰਮ ਵਿੱਚ ਆ ਜੋ ਐਨਰਜੀ ਆ, ਉਹ ਨਿਊਕਲੀਅਰ ਰਿਐਕਸ਼ਨ ਕਰਕੇ ਐਨਰਜੀ ਆ ਜੋ ਨਿਕਲ ਰਹੀ ਆ। ਹਾਈਡਰੋਜਨ ਦਾ ਨਿਊਕਲੀਅਸ ਹਾਈਡਰੋਜਨ ਨਾਲ ਮਿਲ ਕੇ ਹੀਲੀਅਮ ਬਣਾ ਰਿਹਾ, ਜਿਸ ਨੂੰ ਅਸੀਂ ਕੀ ਕਹਿੰਦੇ? ਨਿਊਕਲੀਅਰ ਫਿਊਜ਼ਨ। ਇਸ ਨਾਲ ਹੀ ਹਾਈਡਰੋਜਨ ਬੰਬ ਆ ਜੋ ਅਟੋਮਿਕ ਬੰਬ ਆ ਉਹ ਵੀ ਇਸੇ ਕਿਰਿਆ 'ਤੇ ਹੀ ਬਣਦਾ ਹੈ। ਨੈਕਸਟ ਕਰਦੇ ਹਾਂ। ਇਹ ਸਿੰਪਲ ਜਿਹਾ ਕੁਐਸਚਨ ਆ, ਕਹਿੰਦਾ ਰਾਮ ਅਤੇ ਸ਼ਾਮ ਦੋਨੋਂ ਇੱਕ ਬਕਸੇ ਨੂੰ ਇੱਕ ਦਿਸ਼ਾ ਵਿੱਚ ਹੀ ਧੱਕ ਦਿੰਦੇ ਆ, ਤਾਂ ਉਹਨਾਂ ਦੁਆਰਾ ਲਗਾਏ ਗਏ ਬਲ। ਤਾਂ ਦੇਖੋ ਇੱਕ ਬਕਸਾ ਸੀ, ਤਾਂ ਫੋਰਸ ਆ ਜੋ ਬਲ ਆ ਦੋਨੋਂ ਇੱਕ ਸਾਈਡ ਤੋਂ ਲਗਾਇਆ, ਤਾਂ ਟੋਟਲ ਬਲ ਆ ਜਿਹੜਾ ਉਹ ਕੀ ਹੋ ਜਾਏਗਾ? ਪਲੱਸ ਹੋ ਜਾਏਗਾ, ਦੋਨਾਂ ਦਾ ਜੋੜ। ਅਗਰ ਅਪੋਜਿਟ ਲੱਗਦੇ, ਜਿਸ ਤਰ੍ਹਾਂ ਇਹ ਬਾਕਸ ਸੀਗਾ, ਇੱਕ ਇੱਧਰੋਂ ਫੋਰਸ ਲੱਗਦੇ ਇੱਕ ਇੱਧਰੋਂ ਲੱਗਦੀ,
ਮੰਨ ਲਓ ਇੱਧਰੋਂ 10 ਨਿਊਟਨ ਜੋ ਫੋਰਸ ਹੈ ਬਲ ਲੱਗਦਾ, ਇੱਧਰੋਂ 5 ਨਿਊਟਨ ਜਾਂ 6 ਨਿਊਟਨ ਬਲ ਲੱਗਦਾ, ਫੋਰਸ ਲੱਗਦੀ, ਤਾਂ ਅਪੋਜਿਟ ਹੁੰਦੇ ਤਾਂ ਮਾਈਨਸ ਹੋਣਾ ਸੀਗਾ, ਤਾਂ ਨੈਟ ਆ ਜੋ 10 - 6 4 ਨਿਊਟਨ ਬਲ ਲੱਗਣਾ ਸੀ। ਕਿਹੜੀ ਡਾਇਰੈਕਸ਼ਨ 'ਚ? ਇਸ ਡਾਇਰੈਕਸ਼ਨ 'ਚ 4 ਨਿਊਟਨ ਬਲ ਲੱਗਣਾ ਸੀ। ਤਾਂ ਅਪੋਜਿਟ ਹੋਣ ਤਾਂ ਮਾਈਨਸ ਹੁੰਦਾ, ਜੇ ਸੇਮ ਡਾਇਰੈਕਸ਼ਨ 'ਚ ਲੱਗਣ ਤਾਂ ਪਲੱਸ ਹੋਏਗਾ ਬਲ। ਅੱਗੇ ਇਹ ਵੀ ਇੱਕ ਸਿੰਪਲੀ ਕੁਐਸਚਨ ਹੈ ਕਿ ਪਹੇਲੀ ਨੂੰ ਪੁੱਛਿਆ ਗਿਆ ਕਿ ਮੈਂ ਬੱਚਿਆਂ ਨੂੰ ਇੱਕ ਦੂਜੇ ਨਾਲ ਰਬੜ ਦੇ ਟਾਇਰ ਨੂੰ ਕਿਸੇ ਘੇਰੇ ਨੂੰ ਧੱਕ ਕੇ ਤੇਜ਼ ਚਲਾਉਣ ਦਾ ਮੁਕਾਬਲਾ ਕਰਦੇ ਵੇਖਿਆ। ਧੱਕੇ ਨਾਲ ਕਹਿੰਦੇ ਜੋ ਟਾਇਰ ਹੈ ਉਹ ਕਿਸ ਤਰ੍ਹਾਂ ਤੇਜ਼ ਹੋ ਜਾਂਦਾ ਹੈ। ਤਾਂ ਜਦੋਂ ਵੀ ਕਿਸੇ ਚੀਜ਼ 'ਤੇ ਫੋਰਸ ਲਾਉਂਦੇ ਹਾਂ, ਬਲ ਲਾਉਂਦੇ ਹਾਂ, ਤਾਂ ਜੇ ਉਸੇ ਦਿਸ਼ਾ ਵਿੱਚ ਲੱਗੇ, ਜਿਸ ਤਰ੍ਹਾਂ ਇੱਕ ਟਾਇਰ ਹੈ ਇਸ ਦਿਸ਼ਾ ਵਿੱਚ ਜਾ ਰਿਹਾ, ਤਾਂ ਅਸੀਂ ਜੇ ਇਸੇ ਦਿਸ਼ਾ ਵਿੱਚ ਬਲ ਲਾ ਦਾਂਗੇ ਤਾਂ ਇਸ ਦੀ ਗਤੀ ਹੋਰ ਜ਼ਿਆਦਾ ਤੇਜ਼ ਹੋ ਜਾਏਗੀ। ਜੇ ਅਸੀਂ ਉਸ ਦੇ ਅਪੋਜਿਟ ਲਾਵਾਂਗੇ, ਅਪੋਜਿਟ ਐਂਗਲ ਕਿੰਨਾ ਬਣ ਜਾਏਗਾ? 180। ਤਾਂ 180 'ਤੇ ਲਗਾਵਾਂਗੇ ਤਾਂ ਉਸ ਦੀ ਸਪੀਡ ਕੀ ਹੋਏਗੀ? ਘਟੇਗੀ। ਤਾਂ ਅਸੀਂ ਜੇ ਇਸ ਦੀ ਸਪੀਡ ਨੂੰ ਵਧਾਉਣਾ ਹੈ ਇਸੇ ਦਿਸ਼ਾ ਵਿੱਚ ਹੀ, ਤਾਂ ਇਸੇ ਦਿਸ਼ਾ ਵਿੱਚ ਹੀ ਅਸੀਂ ਬਲ ਲਗਾਵਾਂਗੇ। ਤਾਂ ਇਸ ਦਾ ਕੀ ਆ ਜਾਏਗਾ? ਪਹਿਲਾ ਆਨਸਰ ਹੈ ਜੋ ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਲੱਗਦਾ ਹੈ, ਫਿਰ ਹੀ ਉਸ ਦੀ ਗਤੀ ਹੈ ਜੋ ਤੇਜ਼ ਹੋਏਗੀ। ਕਹਿੰਦੇ ਜੋ ਫੋਰਸ ਹੈ, ਨੈਕਸਟ ਕੁਐਸਚਨ ਹੈ, ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਦੀ ਸ਼ਕਲ ਵਿਸ਼ੇਸ਼ ਕਿਸਮ ਦੀ ਬਣਾਈ ਜਾਂਦੀ ਹੈ, ਜਿਵੇਂ ਮੱਛੀ ਵਿਸ਼ੇਸ਼ ਆਕਾਰ ਕਾਰਨ ਪਾਣੀ ਵਿੱਚ ਆਸਾਨੀ ਨਾਲ ਤੇਜ਼ ਗਤੀ ਨਾ ਕਰ ਸਕਦੀ ਹੈ। ਤਰਲ ਵਿੱਚ ਵਸਤੂਆਂ ਦੇ ਵਿਸ਼ੇਸ਼ ਆਕਾਰ ਦਾ ਕਾਰਨ, ਤਾਂ ਦੇਖੋ ਇਸ ਨੂੰ ਜੋ ਵਿਸ਼ੇਸ਼ ਸ਼ੇਪ ਹੈ ਇਸ ਨੂੰ ਕਹਿੰਦੇ ਸਟ੍ਰੀਮ ਲਾਈਨਿੰਗ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਜੋ ਬੋਟ ਵਗੈਰਾ ਉਸ ਦੀ ਸ਼ੇਪ ਅੱਗੇ ਤੋਂ ਇਸ ਤਰ੍ਹਾਂ ਦੀ ਹੁੰਦੀ ਨੇ, ਸੇਮ ਜੋ ਐਰੋਪਲੇਨ ਆ ਉਸ ਦੀ ਸ਼ੇਪ ਵੀ ਅੱਗੇ ਤੋਂ ਇਸ ਤਰ੍ਹਾਂ ਪਤਲੀ ਹੁੰਦੀ ਹੈ। ਤਾਂ ਇਸ ਦਾ ਰੀਜ਼ਨ ਕੀ ਹੈ? ਕਿਉਂਕਿ ਇਹਨਾਂ ਨੇ ਜੋ ਐਰੋਪਲੇਨ ਵਗੈਰਾ ਉਹਨਾਂ ਨੇ ਹਵਾ ਵਿੱਚੋਂ ਜਾਣਾ ਹੁੰਦਾ, ਪੰਛੀ ਹੋ ਗਏ ਜੋ ਉਹਨਾਂ ਨੇ ਵੀ ਹਵਾ ਵਿੱਚ ਦੀ ਜਾਣਾ ਹੁੰਦਾ, ਤਾਂ ਹਵਾ ਦੀ ਰਗੜ ਆ ਜੋ ਇਸ ਤਰੀਕੇ ਨਾਲ ਇਸ ਸ਼ੇਪ ਨਾਲ ਘੱਟ ਲੱਗਦੀ ਹੈ। ਸੈਕਿੰਡ 'ਤੇ ਸੇਮ ਵਾਟਰ ਆ, ਜਦੋਂ ਵਾਟਰ ਵਿੱਚੋਂ ਬੋਟ ਨੇ ਜਾਣਾ ਹੁੰਦਾ ਤਾਂ ਜੇ ਬੋਟ ਦੀ ਸ਼ੇਪ ਇਸ ਤਰ੍ਹਾਂ ਦੀ ਹੋਏਗੀ ਤਾਂ ਉਸ ਨੂੰ ਜੋ ਰਗੜ ਹੈ ਉਹ ਕੀ ਲੱਗੇਗੀ? ਘੱਟ ਲੱਗੇਗੀ। ਤਾਂ ਕੀ ਹੋਏਗੀ? ਉਸ ਨਾਲ ਊਰਜਾ ਦੀ ਹਾਨੀ ਵੀ ਘੱਟ ਹੋਏਗੀ, ਕਿਉਂਕਿ ਉਸ ਦਾ ਜੋ ਬਲ ਆ ਉਸ ਨੂੰ ਅੱਗੇ ਲਿਜਾਣ ਲਈ ਉਹ ਘੱਟ ਲਾਉਣਾ ਪਏਗਾ, ਰਗੜ ਬਲ ਤਾਂ ਘੱਟ ਲੱਗੇਗੀ, ਤਾਂ ਗਤੀ ਉਸ ਦੀ ਕੀ ਹੋ ਜਾਏਗੀ? ਸੌਖੀ ਹੋ ਜਾਏਗੀ। ਇਸ ਨਾਲ ਉਪਰੋਕਤ ਸਾਰੇ ਆਨਸਰ ਹੋ ਜਾਏਗਾ। ਇਸ ਦੀ ਬਜਾਏ ਜੇ ਇਸ ਦੀ ਸ਼ੇਪ ਕੀ ਬਣਾ ਲੈਂਦੇ? ਚੌਰਸ ਬਣਾ ਲੈਂਦੇ, ਤਾਂ ਦੇਖੋ ਪਾਣੀ ਵਿੱਚ ਦੀ ਜਦ ਲੰਘਦੀ ਤਾਂ ਇਸ ਨੂੰ ਬਹੁਤ ਜ਼ਿਆਦਾ ਜੋ ਰਗੜ ਆ ਉਹ ਲੱਗਣੀ ਸੀ, ਤਾਂ ਊਰਜਾ ਦੀ ਵੀ ਹਾਨੀ ਹੋਣੀ ਸੀ, ਜ਼ਿਆਦਾ ਬਲ ਲਗਾਉਣਾ ਪੈਂਦਾ ਸੀ, ਇੰਜਨ ਨੂੰ ਜ਼ਿਆਦਾ ਜ਼ੋਰ ਲਾਉਣਾ ਪੈਣਾ ਸੀ। ਸੈਕਿੰਡ 'ਤੇ ਕੀ ਆ? ਰਗੜ ਜ਼ਿਆਦਾ ਹੋਣੀ ਸੀ ਅਤੇ ਗਤੀ ਔਖੀ ਹੋਣੀ ਸੀ। ਇਸ ਲਈ ਇਸ ਦੀ ਸ਼ੇਪ ਅੱਗੇ ਤੋਂ ਕੀ ਬਣਾ ਲਈ ਜਾਂਦੀ ਆ? ਸਟ੍ਰੀਮ ਲਾਈਨ ਬਣਾ ਲਈ ਜਾਂਦੀ ਆ, ਜਿਸ ਨਾਲ ਇਹ ਸੌਖਾ ਮੂਵ ਹੋ ਜਾਂਦਾ ਹੈ। ਹਾਂਜੀ ਬੇਟਾ, ਨੈਕਸਟ ਹੈ ਜੋ ਕਹਿੰਦਾ ਜੋ ਸਹਿਜ ਜਾਂ ਮੇਲੇ ਵਿੱਚ ਇੱਕ ਖਿਡੌਣਾ ਲਿਆ ਜਿਹੜਾ ਸੁਨਹਿਰੀ ਸੀ, ਉਸਦੇ ਮਾਤਾ ਨੇ ਕਿਹਾ ਕਿ ਉਹ ਸੋਨਾ ਨਹੀਂ ਸਗੋਂ ਸੋਨੇ ਦੀ ਇੱਕ ਪਰਤ ਚੜ੍ਹੀ ਹੋਈ ਹੈ। ਇਸ ਕਿਰਿਆ ਨੂੰ ਕੀ ਕਹਿੰਦੇ ਆ? ਤਾਂ ਜਦੋਂ ਅਸੀਂ ਬਿਜਲੀ ਪਾਸ ਕਰਕੇ ਕੈਮੀਕਲ ਇਫੈਕਟ ਆਫ ਕਰੰਟ ਕੀਤੇ ਸੀ, ਅਸੀਂ ਰਸਾਇਣਿਕ ਪ੍ਰਭਾਵ ਕੀਤੇ ਸੀ ਬਿਜਲੀ ਦੇ, ਉਸ ਚੈਪਟਰ ਵਿੱਚ ਕੀਤਾ ਸੀ ਤਾਂ ਇਲੈਕਟ੍ਰੋਪਲੇਟਿੰਗ। ਤਾਂ ਜਦੋਂ ਇਲੈਕਟ੍ਰੋਪਲੇਟਿੰਗ ਕਰਦੇ ਹਾਂ ਤਾਂ ਕੀ ਹੁੰਦਾ? ਇਲੈਕਟ੍ਰੋਪਲੇਟਿੰਗ ਇੱਕ ਦੀ ਪਰਤ, ਇੱਕ ਮੈਟਲ ਦੀ ਪਰਤ ਦੂਸਰੇ ਉੱਪਰ ਚੜ੍ਹਾਈ ਜਾਂਦੀ ਹੈ, ਤਾਂ ਉਸ ਨੂੰ ਪ੍ਰੋਸੈਸ ਨੂੰ ਕੀ ਕਹਿੰਦੇ ਆ? ਇਲੈਕਟ੍ਰੋਪਲੇਟਿੰਗ। ਤਾਂ ਇਸ ਵਿੱਚ ਵੀ ਇਲੈਕਟ੍ਰੋਪਲੇਟਿੰਗ ਹੋਈ ਸੀ। ਇੱਥੇ ਤੁਸੀਂ ਇਹ ਵੀ ਨਾਲ ਰਿਵਾਈਜ਼ ਕਰਨਾ, ਆਪਾਂ ਕੀਤਾ ਸੀ ਕਿ ਇਲੈਕਟ੍ਰੋਪਲੇਟਿੰਗ ਕਿਉਂ ਕਰਦੇ ਨੇ, ਕਿਉਂ ਜ਼ਰੂਰਤ ਪੈਂਦੀ ਆ। ਅਸੀਂ ਕ੍ਰੋਮੀਅਮ ਦੀ ਜੋ ਇਲੈਕਟ੍ਰੋਪਲੇਟਿੰਗ ਆ ਉਹ ਕਿਉਂ ਕਰਦੇ ਹਾਂ, ਅਤੇ ਜਦ ਜ਼ਿੰਕ ਦੀ ਇਲੈਕਟ੍ਰੋਪਲੇਟਿੰਗ ਕਰਦੇ ਹਾਂ ਤਾਂ ਉਸ ਨੂੰ ਇੱਕ ਸਪੈਸ਼ਲ ਨੇਮ ਦਿੱਤਾ ਜਾਂਦਾ, ਤਾਂ ਗੈਲਵੋਨਾਈਜੇਸ਼ਨ ਉਹ ਕੀ ਹੁੰਦਾ, ਉਹ ਸਾਰੇ ਕੁਝ ਤੁਸੀਂ ਰਿਵਾਈਜ਼ ਨਾਲ ਕਰਨਾ। ਨੈਕਸਟ ਹੈ, ਰਾਧਾ ਨੇ ਆਪਣੀ ਭੈਣ ਨੂੰ ਪੁੱਛਿਆ ਕਿ ਧਰਤੀ ਵਾਂਗ ਹੋਰ ਦੂਜੇ ਗ੍ਰਹਿਆਂ 'ਤੇ ਜੀਵਨ ਸੰਭਵ ਕਿਉਂ ਨਹੀਂ। ਉਸ ਦੀ ਭੈਣ ਨੇ ਦੱਸਿਆ ਕਿ ਇਹ ਇਸ ਲਈ ਸੰਭਵ ਹੈ ਕਿਉਂਕਿ ਧਰਤੀ ਨੀਲਾ ਗ੍ਰਹਿ ਹੈ ਅਤੇ ਧਰਤੀ 'ਤੇ ਕੀ ਹੈ ਜੋ ਜੀਵਨ ਲਈ, ਲਾਈਫ ਐਗਜ਼ਿਸਟ ਕਰਨ ਲਈ ਜ਼ਰੂਰੀ ਨੇ। ਜਿਸ ਕਰਕੇ ਲਾਈਫ ਐਗਜ਼ਿਸਟ ਕਰ ਰਹੀ ਹੈ, ਸਭ ਤੋਂ ਪਹਿਲਾਂ ਜ਼ਰੂਰੀ ਬਰੀਥ ਕਰਨ ਲਈ ਆਕਸੀਜਨ, ਹਵਾ
ਪਾਣੀ, ਉਚਿਤ ਤਾਪਮਾਨ, ਓਜ਼ੋਨ ਪਰਤ ਜੋ ਸਾਨੂੰ ਅਲਟਰਾਵਾਇਲਟ ਰੇਡੀਏਸ਼ਨ ਤੋਂ ਬਚਾਉਂਦੀ ਹੈ, ਤਾਂ ਇਹ ਸਾਰੇ ਹੋਣੇ ਜ਼ਰੂਰੀ ਨੇ। ਤਾਂ ਚੌਥਾ ਆਪਸ਼ਨ ਆ ਜਾਏਗਾ, ਤਿੰਨੋਂ ਹੀ ਜੋ ਜ਼ਰੂਰੀ ਨੇ ਇੱਕ ਲਾਈਫ ਦੇ ਐਗਜ਼ਿਸਟ ਕਰਨ ਲਈ। ਤਾਂ ਅਰਥ 'ਤੇ ਲਾਈਫ ਇਸੇ ਲਈ ਐਗਜ਼ਿਸਟ ਹੈ ਧਰਤੀ 'ਤੇ, ਕਿਉਂਕਿ ਇੱਥੇ ਪਾਣੀ ਅਤੇ ਹਵਾ ਨੇ। ਉਚਿਤ ਤਾਪਮਾਨ ਆ ਜੋ ਲਾਈਫ ਨੂੰ ਐਗਜ਼ਿਸਟ ਕਰਨ ਲਈ ਚਾਹੀਦਾ, ਉਹ ਸਹੀ ਤਾਪਮਾਨ ਵੀ ਹੈ। ਅਤੇ ਓਜ਼ੋਨ ਪਰਤ ਆ ਜੋ ਹਾਨੀਕਾਰਕ ਕਿਰਨਾਂ ਸਨ ਤੋਂ ਆਉਂਦੀਆਂ, ਸੂਰਜ ਤੋਂ ਆਉਂਦੀਆਂ, ਉਹਨਾਂ ਤੋਂ ਬਚਾਉਣ ਲਈ ਸਾਡੇ ਕੋਲ ਇੱਕ ਓਜ਼ੋਨ ਪਰਤ ਹੈ ਜਿਸ ਨੇ ਸਾਡੀ ਅਰਥ ਨੂੰ ਢੱਕ ਕੇ ਰੱਖਿਆ ਹੋਇਆ ਹੈ। ਆਨਸਰ ਆ ਜੋ ਉਹ ਕੀ ਆ ਜਾਏਗਾ, 4th ਨੰਬਰ ਆ ਜਾਏਗਾ। ਇਹ ਸਾਰੀਆਂ ਹੀ ਕੰਡੀਸ਼ਨ ਜ਼ਰੂਰੀ ਨੇ ਲਾਈਫ ਨੂੰ ਐਗਜ਼ਿਸਟ ਕਰਨ ਲਈ। ਨੈਕਸਟ ਹੈ ਕਸ਼ੀਦਤ ਪਾਣੀ ਆ ਜੋ ਡਿਸਟਿਲਡ ਵਾਟਰ ਹੈ, ਤਾਂ ਉਸ ਵਿੱਚ ਕੀ ਆ, ਕੁਝ ਨੂਣ ਸਾਲਟ ਮਿਲਾ ਦਿੱਤਾ ਜਾਂਦਾ ਹੈ, ਤਾਂ ਕਸ਼ੀਦਤ ਪਾਣੀ ਆ ਜੋ ਉਹ ਕੀ ਬਣ ਜਾਏਗਾ। ਤਾਂ ਦੇਖੋ ਕਸ਼ੀਦਤ ਪਾਣੀ ਹੁੰਦਾ ਕੀ ਹੈ, ਜਿਸ ਪਾਣੀ ਵਿੱਚ ਕੇਵਲ ਵਾਟਰ ਹੋਵੇ। ਵਾਟਰ ਦਾ ਮਤਲਬ H2O ਆ, ਪਾਣੀ ਹੋਵੇ, H2 ਦੇ ਮੋਲੀਕਿਊਲ ਹੀ ਹੋਏ, ਕਿਉਂਕਿ ਜੋ ਅਸੀਂ ਟੂਟੀ ਦਾ ਪਾਣੀ ਲੈਂਦੇ ਹਾਂ ਉਸ ਵਿੱਚ ਆਪਾਂ ਕੀਤਾ ਹੋਇਆ ਕੀ ਘੁਲੇ ਹੁੰਦੇ ਨੇ, ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਨੇ, ਸਾਲਟ ਘੁਲੇ ਹੁੰਦੇ ਨੇ। ਅਗਰ ਉਹ ਲੂਣ ਅਸੀਂ ਸਾਲਟ ਨੂੰ ਪਾਣੀ ਵਿੱਚੋਂ ਕੱਢ ਦਈਏ ਤਾਂ ਉਸ ਨੂੰ ਕਿਹੜਾ ਪਾਣੀ ਕਹਿੰਦੇ ਹਾਂ ਅਸੀਂ, ਕਸ਼ੀਦਤ ਪਾਣੀ, ਡਿਸਟਿਲਡ ਵਾਟਰ ਕਹਿੰਦੇ ਹਾਂ। ਅਤੇ ਜਿਹੜਾ ਡਿਸਟਿਲਡ ਵਾਟਰ ਹੁੰਦਾ ਜਿਸ ਵਿੱਚ ਇਕੱਲਾ H2O ਮੋਲੀਕਿਊਲ ਹੁੰਦੇ ਨੇ, ਇਹ ਕਰੰਟ ਆ ਜੋ ਉਸ ਨੂੰ ਪਾਸ ਨਹੀਂ ਕਰਦਾ, ਇਹ ਕੀ ਹੁੰਦਾ ਹੈ, ਕੁਚਾਲਕ ਹੁੰਦਾ ਹੈ। ਪਰ ਜਦੋਂ ਇਸ ਡਿਸਟਿਲ ਵਾਟਰ ਵਿੱਚ ਸਾਲਟ ਘੁਲ ਜਾਂਦੇ ਨੇ, ਡਿਸਟਿਲ ਵਾਟਰ ਦੇ ਵਿੱਚ, ਤਾਂ ਇਹ ਕਰੰਟ ਆ ਜੋ ਬਿਜਲੀ ਆ ਉਸ ਨੂੰ ਪਾਸ ਕਰਨ ਲੱਗ ਜਾਂਦਾ ਹੈ, ਤਾਂ ਇਹ ਕੀ ਬਣ ਜਾਂਦਾ, ਇੱਕ ਵਧੀਆ ਸੁਚਾਲਕ ਬਣ ਜਾਂਦਾ ਹੈ। ਤਾਂ ਪਹਿਲਾ ਆਪਸ਼ਨ ਆਏਗਾ, ਤਾਂ ਇੱਕ ਕੀ ਬਣ ਜਾਵੇਗਾ, ਵਧੀਆ ਸੁਚਾਲਕ ਬਣ ਜਾਏਗਾ। ਤਾਂ ਕਸ਼ੀਦਤ ਪਾਣੀ ਆ ਜੋ ਇਸ ਵਿੱਚ ਪਹਿਲਾਂ ਆਇਨਸ ਨਹੀਂ ਹੁੰਦੇ, ਕਟਾਇਨ ਆਇਨਸ, ਤਾਂ ਇਹ ਕੰਡਕਟ ਨਹੀਂ ਕਰਦਾ ਇਲੈਕਟ੍ਰੀਸਿਟੀ ਨੂੰ, ਪਰ ਜਦੋਂ ਸਾਲਟ ਪਾ ਦਿੰਦੇ ਹਾਂ ਤਾਂ ਇੱਕ ਵਧੀਆ ਸੁਚਾਲਕ ਬਣ ਜਾਂਦਾ ਹੈ। ਨੈਕਸਟ ਕੁਐਸਚਨ ਆ ਕਿ ਜੋ ਵੈਦਰ ਫੋਰਕਾਸਟਿੰਗ ਹੈ, ਜੋ ਮੌਸਮ ਦੀ ਭਵਿੱਖਬਾਣੀ ਹੈ ਕਿ ਅੱਜ ਵਰਖਾ ਹੋਵੇਗੀ ਜਾਂ ਨਹੀਂ, ਤਾਂ ਉਸ ਨੂੰ ਕੌਣ ਹੈਲਪ ਕਰਦਾ ਸਾਡੀ। ਤਾਂ ਸਾਡੇ ਜੋ ਆਰਟੀਫਿਸ਼ੀਅਲ ਸੈਟੇਲਾਈਟ ਅਸੀਂ ਛੱਡੇ ਹੋਏ ਨੇ, ਬਨਾਵਟੀ ਉਪਗ੍ਰਹਿ, ਤਾਂ ਉਹ ਸਾਡੀ ਹੈਲਪ ਕਰਦੇ ਨੇ ਸਾਨੂੰ ਪ੍ਰਡਿਕਟ ਕਰਨ ਦੇ ਖਾਤਰ ਮੌਸਮ ਨੂੰ। ਤਾਂ ਇਸ ਦਾ ਆਨਸਰ ਕੀ ਹੋਏਗਾ, 4th ਹੋਏਗਾ। ਨੈਕਸਟ ਜੋ ਕੁਐਸਚਨ ਹੈ ਕਿ ਜੋ ਧਰਤੀ ਹੈ ਉਹ ਕੁਝ ਸੈਕਿੰਡਾਂ ਵਿੱਚ ਕੰਬਣ ਲੱਗਦੀ ਹੈ, ਤਾਂ ਇਸ ਜੋ ਕਿਰਿਆ ਹੈ ਉਸ ਨੂੰ ਕੀ ਕਹਿੰਦੇ ਆ, ਤਾਂ ਇਸ ਨੂੰ ਕੀ ਕਹਿੰਦੇ ਹਾਂ ਅਸੀਂ, ਭੂਚਾਲ, ਅਰਥਕੁਇਕ ਕਹਿੰਦੇ ਹਾਂ। ਤਾਂ ਇਸ ਦਾ ਫਸਟ ਆਪਸ਼ਨ ਆ ਜੋ ਉਹ ਆ ਜਾਵੇਗਾ।